ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ YouTube ਚੈਨਲ ਦੇ ਉੱਤੇ ਮਹੀਨੇਵਾਰ ਪ੍ਰੋਗਰਾਮ ਪਸ਼ੂ ਪਾਲਣ ਸੁਨੇਹੇ ਲੈ ਕੇ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ। ਭਾਰਤ ਦੇ ਵਿੱਚ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦਾ ਮੁੱਢ ਪੰਜਾਬ ਰਾਜ ਦੇ ਵਿੱਚ ਬੰਨ੍ਹਿਆ ਗਿਆ। ਸਾਡੇ ਪਸ਼ੂ ਪਾਲਕ ਸਾਥੀਆਂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬ ਨੂੰ ਦੇਸ਼ ਭਰ ਦੇ ਵਿੱਚ ਦੁੱਧ ਉਤਪਾਦਕਤਾ ਦੇ ਮਾਮਲੇ ਦੇ ਵਿੱਚ ਮੋਹਰੀ ਰਾਜ ਦੇ ਤੌਰ ਤੇ ਸਥਾਪਿਤ ਕਰ ਦਿੱਤਾ ਹੈ। ਪਰ ਅੱਜ ਦੁੱਧ ਦੇ ਮੰਡੀਕਰਨ ਦੇ ਪੱਖੋਂ ਦੇਖਿਆ ਜਾਵੇ ਤਾਂ ਸਿਰਫ ਦੁੱਧ ਦੀ ਮਾਤਰਾ ਨਹੀਂ ਬਲਕਿ ਇਸ ਦੇ ਮਿਆਰ ਅਤੇ ਇਸ ਦੇ ਮੁੱਲ ਦੇ ਵਿੱਚ ਵਾਧੇ ਕਰਨ ਨੂੰ ਇੱਕ ਵੱਡੀ ਲੋੜ ਦੇ ਵਜੋਂ ਦੇਖਿਆ ਜਾ ਰਿਹਾ ਹੈ। ਇਹਨਾਂ ਦੋਨੋਂ ਅਹਿਮ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਰਾਹੀਂ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਸਾਡੇ ਪਹਿਲੇ ਹਿੱਸੇ ਦੇ ਨਾਲ, ਜਿਸ ਦਾ ਨਾਮ ਹੈ ਗਿਆਨ ਅਤੇ ਵਿਗਿਆਨ। ਗਿਆਨ ਅਤੇ ਵਿਗਿਆਨ ਦੇ ਵਿੱਚ ਅੱਜ ਸਾਡੇ ਨਾਲ ਸਾਫ਼ ਦੁੱਧ ਉਤਪਾਦਨ ਦੇ ਉੱਤੇ ਚਰਚਾ ਨੂੰ ਅੱਗੇ ਵਧਾਉਣ ਲਈ ਜੁੜੇ ਨੇ ਡਾਕਟਰ ਸਿਮਰਨਪ੍ਰੀਤ ਕੌਰ ਜੀ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵਿੱਚ ਸੈਂਟਰ ਫਾਰ ਵੈਨ ਹੈਲਥ ਦੇ ਵਿੱਚ ਬਤੌਰ ਸਹਿਯੋਗੀ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਧੰਨਵਾਦ ਡਾਕਟਰ ਸਾਹਿਬ। ਅੱਜ ਅਸੀਂ ਡਾਕਟਰ ਸਿਮਰਨਪ੍ਰੀਤ ਕੌਰ ਜੀ ਤੋਂ ਜਾਣਕਾਰੀ ਲਵਾਂਗੇ ਕਿ ਸਾਫ਼ ਦੁੱਧ ਉਤਪਾਦਨ ਕਿਸ ਚੀਜ਼ ਨੂੰ ਕਹਿੰਦੇ ਆ ਅਤੇ ਸਾਫ਼ ਦੁੱਧ ਉਤਪਾਦਨ ਲਈ ਕਿਹੜੇ-ਕਿਹੜੇ ਨੁਕਤੇ ਸਾਡੇ ਕਿਸਾਨ ਸਾਥੀਆਂ ਨੂੰ ਅਪਣਾਉਣੇ ਚਾਹੀਦੇ ਨੇ। ਡਾਕਟਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹੂੰਗਾ ਤੇ ਸਾਡੇ ਕਿਸਾਨ ਸਾਥੀ ਵੀ ਇਹ ਜਾਣਨਾ ਚਾਹਣਗੇ ਕਿ ਸਾਫ਼ ਦੁੱਧ ਉਤਪਾਦਨ ਕਿਸ ਨੂੰ ਕਹਿੰਦੇ ਨੇ ਤੇ ਸਾਫ਼ ਦੁੱਧ ਕੀ ਹੁੰਦਾ ਹੈ। ਹਾਂਜੀ ਡਾਕਟਰ ਸਾਹਿਬ, ਦੇਖੋ ਸਾਫ਼ ਦੁੱਧ ਜਿਹੜਾ ਹੈ ਉਹ ਇੱਕ ਬੜੀ ਵੱਡੀ ਪਰਿਭਾਸ਼ਾ ਹੈ। ਸਾਫ਼ ਦੁੱਧ ਕੇਵਲ ਉਹ ਨਹੀਂ ਦੁੱਧ ਜਿਹੜਾ ਆਪਾਂ ਨੂੰ ਵੇਖਣ ਤੋਂ ਸਾਫ਼ ਲੱਗਦਾ ਹੈ, ਬਟ ਸਾਫ਼ ਦੁੱਧ ਤੋਂ ਭਾਵ ਹੈ ਉਹ ਦੁੱਧ ਜਿਹੜਾ ਕਿ ਬਿਲਕੁਲ ਸਿਹਤਮੰਦ ਅਤੇ ਤੰਦਰੁਸਤ ਦੁਧਾਰੂ ਪਸ਼ੂ ਤੋਂ ਸਾਫ਼ ਬਰਤਨਾਂ ਵਿੱਚ ਕੱਢਿਆ ਗਿਆ ਹੋਵੇ ਅਤੇ ਜਿਸ ਵਿੱਚ ਕਿਸੇ ਵੀ ਕਿਸਮ ਦੀ ਗੰਦਗੀ ਜਿਵੇਂ ਕਿ ਮੱਖੀ, ਮੱਛਰ, ਤੂੜੀ, ਗੋਹਾ ਜਾਂ ਅਣਦੇਖੀ ਗੰਦਗੀ ਜਿਵੇਂ ਕਿ ਬੈਕਟੀਰੀਆ, ਸੂਖਮ ਜੀਵ ਜਾਂ ਮਿਲਾਵਟ ਕਿਸੇ ਤਰ੍ਹਾਂ ਦੀ ਜਾਂ ਰਸਾਇਣਿਕ ਪਦਾਰਥਾਂ ਦੀ ਰਹਿੰਦ ਖੂੰਹਦ ਨਾ ਹੋਵੇ। ਸੋ ਇਹ ਦੁੱਧ ਬਹੁਤ ਹੀ ਪੌਸ਼ਟਿਕ ਹੁੰਦਾ ਹੈ ਸਾਫ਼ ਦੁੱਧ, ਅਤੇ ਇਹਦੀ ਜਿਹੜੀ ਕੀਪਿੰਗ ਕੁਆਲਿਟੀ ਹੈ, ਸ਼ੈਲਫ ਲਾਈਫ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਦੇ ਸੇਵਨ ਨਾਲ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲੱਗ ਸਕਦੀਆਂ। ਡਾਕਟਰ ਸਾਹਿਬ, ਇਸ ਤੋਂ ਬਾਅਦ ਅਸੀਂ ਇਹ ਜਾਣਨਾ ਚਾਹਾਂਗੇ ਕਿ ਸਾਫ਼ ਦੁੱਧ ਉਤਪਾਦਨ ਦੀ ਕੀ ਮਹੱਤਤਾ ਹੈ, ਇਹ ਕਿਉਂ ਜ਼ਰੂਰੀ ਹੈ ਤੇ ਅੱਜ ਕੱਲ੍ਹ ਸਾਡੇ ਕਿਸਾਨ ਸਾਥੀਆਂ ਵਾਸਤੇ ਸਾਫ਼ ਦੁੱਧ ਉਤਪਾਦਨ ਕਰਨਾ ਜ਼ਰੂਰੀ ਕਿਉਂ ਬਣਦਾ ਜਾ ਰਿਹਾ ਹੈ। ਦੁੱਧ ਦੇਖੋ ਜਿਹੜਾ ਹੈ ਉਹ ਮਨੁੱਖੀ ਆਹਾਰ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਭਾਰਤ ਦੁਨੀਆ ਵਿੱਚ ਦੁੱਧ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਹੈ। ਸੋ ਜੇਕਰ ਆਪਾਂ ਕੁਝ ਅੰਕੜਿਆਂ ਦੀ ਗੱਲ ਕਰੀਏ ਤਾਂ ਮੈਂ ਤੁਹਾਡੇ ਨਾਲ ਸਾਂਝੇ ਕਰੂੰਗੀ ਕਿ ਜੇ ਆਪਾਂ 2018-19 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਦੁੱਧ ਦੀ ਕੁੱਲ ਪੈਦਾਵਾਰ 187.7 ਮਿਲੀਅਨ ਟਨ ਸੀ, ਜਿਹੜੀ ਕਿ ਵੱਧ ਕੇ 2019-20 ਵਿੱਚ ਲਗਭਗ 198.4 ਮਿਲੀਅਨ ਟਨ ਦੇ ਆਸ-ਪਾਸ ਹੋਈ ਅਤੇ 2020 ਤੇ 21 ਦੇ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਲਗਭਗ ਕੁੱਲ ਦੁੱਧ ਦੀ ਪੈਦਾਵਾਰ 2010 ਮਿਲੀਅਨ ਟਨ ਹੈ। ਤੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 2018-19 ਵਿੱਚ ਦੁੱਧ ਦੀ ਕੁੱਲ ਪੈਦਾਵਾਰ 12.6 ਮਿਲੀਅਨ ਟਨ ਹੈ ਤੇ 2019-20 ਵਿੱਚ ਇਹ ਵੱਧ ਕੇ 13.3 ਮਿਲੀਅਨ ਟਨ ਦੇ ਆਸ-ਪਾਸ ਹੋ ਗਈ। ਸੋ ਆਪਾਂ ਜੇ ਹਰ ਸਾਲ ਦੇਖੀਏ ਤਾਂ ਲਗਭਗ 5 ਤੋਂ 6% ਜਿਹੜੀ ਦੁੱਧ ਦੀ ਪੈਦਾਵਾਰ ਹੈ ਉਹ ਵੱਧ ਰਹੀ ਹੈ ਅਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਵਿਸ਼ਵ ਦੀ ਕੁੱਲ 23% ਦੁੱਧ ਦਾ ਉਤਪਾਦਨ ਭਾਰਤ ਵਿੱਚ ਹੁੰਦਾ ਹੈ। ਬਟ ਸਾਡੇ ਸਾਹਮਣੇ ਇੱਕ ਬਹੁਤ ਹੀ ਵੱਡਾ ਪ੍ਰਸ਼ਨ ਆਉਂਦਾ ਹੈ ਕਿ ਕੀ ਸਾਡਾ ਦੁੱਧ ਦਾ ਜਿਹੜਾ ਐਕਸਪੋਰਟ ਹੈ ਉਹ ਵੀ ਵਿਸ਼ਵ ਵਿੱਚ ਇੰਨਾ ਹੈ, ਪਰ ਉਹ ਨਹੀਂ ਹੈ। ਇਹਦੇ ਮੁੱਖ ਜਿਹੜੇ ਕਾਰਨ ਹਨ ਉਹ ਇਹ ਹਨ ਕਿ ਸਾਡੇ ਜਿਹੜੀ ਦੁੱਧ ਦਾ ਉਤਪਾਦਨ ਤਾਂ ਬਹੁਤ ਹੈ, ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਦੁੱਧ ਉਤਪਾਦ ਭਾਰਤ ਅਤੇ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਦਾ ਇੱਕ ਅਹਿਮ ਹਿੱਸਾ ਹੈ, ਪਰ ਆਪਾਂ ਕੁਆਲਿਟੀ ਜਿਹੜੀ ਦੁੱਧ ਦੀ ਕੁਆਲਿਟੀ ਹੈ ਉਹ ਚੰਗੀ ਜਿਹੜੀ ਪ੍ਰੋਡਿਊਸ ਨਹੀਂ ਕਰ ਪਾ ਰਹੇ, ਜਿਹਦੇ ਵਿੱਚ ਆਪਾਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਇਹ ਜਾਣਨਾ ਚਾਹਾਂਗੇ ਕਿ ਦੁੱਧ ਦੇ ਵਿੱਚ ਗੰਦਗੀ ਜਾਂ ਦੂਸ਼ਣ ਦੇ ਕਿਹੜੇ-ਕਿਹੜੇ ਸਰੋਤ ਹੁੰਦੇ ਆ, ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਦੁੱਧ ਖਰਾਬ ਹੋ ਸਕਦਾ ਹੈ। ਹਾਂਜੀ ਦੇਖੋ, ਜੇ ਆਪਾਂ ਸਾਫ਼ ਸੁਥਰਾ ਦੁੱਧ ਉਤਪਾਦਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਗੰਦਗੀ ਦੇ ਸਰੋਤ ਪਤਾ ਹੋਣੇ ਚਾਹੀਦੇ ਹਨ। ਸੋ ਸਭ ਤੋਂ ਪਹਿਲਾਂ ਤਾਂ ਦੁਧਾਰੂ ਪਸ਼ੂ। ਸੋ ਜੇ ਆਪਣਾ ਦੁਧਾਰੂ ਪਸ਼ੂ ਸਿਹਤਮੰਦ ਨਹੀਂ ਹੈ, ਉਹਨੂੰ ਕੋਈ ਬਿਮਾਰੀ ਤੋਂ ਕੋਈ ਗ੍ਰਸਤ ਹੈ ਜਾਂ ਉਹਦਾ ਆਲਾ ਦੁਆਲਾ ਸਾਫ਼ ਨਹੀਂ ਹੈ ਤਾਂ ਉਹ ਇੱਕ ਪ੍ਰਮੁੱਖ ਕਾਰਨ ਹੈ ਦੁੱਧ ਦਾ ਗੰਦੇ ਹੋਣ ਦਾ। ਇਸ ਤੋਂ ਇਲਾਵਾ ਜਿਹੜੇ ਵਿਅਕਤੀ ਹਨ ਜਾਂ ਕਾਮੇ ਹਨ ਜਿਹੜੇ ਪਸ਼ੂਆਂ ਦੀ ਦੇਖਭਾਲ ਕਰਦੇ ਹਨ, ਜੇ ਉਹ ਸਾਫ਼ ਅਤੇ ਸਿਹਤਮੰਦ ਨਹੀਂ ਹਨ ਤਾਂ ਵੀ ਜਿਹੜਾ ਦੁੱਧ ਹੈ ਉਸ ਦੀ
ਕੰਟੈਮੀਨੇਸ਼ਨ ਹੋ ਸਕਦੀ ਹੈ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਗੰਦਗੀ ਆ ਸਕਦੀ ਹੈ। ਇਸ ਤੋਂ ਇਲਾਵਾ ਆਪਾਂ ਹੁਣ ਅੱਗੇ ਵਿਚਾਰ ਕਰਾਂਗੇ ਸੁਚੱਜੀ ਚੁਆਈ ਕਿਵੇਂ ਕਰਨੀ ਚਾਹੀਦੀ ਹੈ। ਸੋ ਜੇ ਆਪਾਂ ਚੰਗੇ ਢੰਗ ਨਾਲ ਦੁੱਧ ਦੀ ਚੁਆਈ ਨਹੀਂ ਕਰ ਰਹੇ ਜਾਂ ਆਪਾਂ ਚੁਆਈ ਕਰਨ ਤੋਂ ਬਾਅਦ ਦੁੱਧ ਦੀ ਸੰਭਾਲ ਚੰਗੀ ਤਰ੍ਹਾਂ ਨਹੀਂ ਕਰ ਰਹੇ ਜਾਂ ਆਪਾਂ ਜਿਹੜਾ ਦੁਧਾਰੂ ਪਸ਼ੂ ਹੈ ਉਸ ਨੂੰ ਸਾਫ਼ ਵਾਤਾਵਰਣ ਵਿੱਚ ਨਹੀਂ ਰੱਖ ਰਹੇ ਜਾਂ ਚੰਗਾ ਪੌਸ਼ਟਿਕ ਆਹਾਰ ਨਹੀਂ ਦੇ ਰਹੇ, ਸੋ ਇਹ ਸਾਰੇ ਹੀ ਕਾਰਨਾਂ ਕਰਕੇ ਦੁੱਧ ਵਿੱਚ ਤਰ੍ਹਾਂ ਤਰ੍ਹਾਂ ਦੇ ਗੰਦਗੀ ਜਾਂ ਤਰ੍ਹਾਂ ਤਰ੍ਹਾਂ ਦੀ ਕੰਟੈਮੀਨੇਸ਼ਨ ਆ ਸਕਦੀ ਹੈ, ਜਿਹਦੇ ਵਿੱਚ ਪ੍ਰਮੁੱਖ ਕਾਰਨ ਹੋ ਸਕਦੇ ਹਨ ਕਈ ਤਰ੍ਹਾਂ ਦੀਆਂ ਉੱਲੀਆਂ ਜਾਂ ਕਈ ਤਰ੍ਹਾਂ ਦੇ ਸੂਖਮ ਜੀਵ ਜਿਨ੍ਹਾਂ ਨੂੰ ਆਪਾਂ ਬੈਕਟੀਰੀਆ ਜਾਂ ਜੀਵਾਣੂ ਵੀ ਆਖਦੇ ਹਾਂ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਸਾਡੇ ਕਿਸਾਨ ਸਾਥੀ ਤੇ ਪਸ਼ੂ ਪਾਲ ਕੇ ਇਹ ਜਾਣਨਾ ਚਾਹਣਗੇ ਕਿ ਸਾਫ਼ ਦੁੱਧ ਉਤਪਾਦਨ ਕਰਨ ਲਈ ਉਹਨਾਂ ਨੂੰ ਆਪਦੇ ਫਾਰਮ ਦੇ ਉੱਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਹਾਂਜੀ, ਆਪਾਂ ਹੁਣ ਡਾਕਟਰ ਸਾਹਿਬ ਸਾਫ਼ ਸੁਥਰੇ ਦੁੱਧ ਉਤਪਾਦਨ ਲਈ ਮੈਂ ਤੁਹਾਡੇ ਨਾਲ ਕਈ ਨੁਕਤੇ ਸ਼ੇਅਰ ਕਰੂੰਗੀ। ਸੋ ਸਭ ਤੋਂ ਪਹਿਲਾ ਨੁਕਤਾ ਹੈ ਸਾਫ਼ ਅਤੇ ਸਿਹਤਮੰਦ ਪਸ਼ੂ। ਸੋ ਦੁਧਾਰੂ ਪਸ਼ੂ ਦਾ ਸਿਹਤਮੰਦ ਹੋਣਾ ਸਾਫ਼ ਸੁਥਰੇ ਦੁੱਧ ਉਤਪਾਦਨ ਦੀ ਇੱਕ ਬੁਨਿਆਦੀ ਲੋੜ ਹੈ। ਸੋ ਦੁਧਾਰੂ ਪਸ਼ੂ ਬਿਮਾਰੀਆਂ ਤੋਂ ਜਿਵੇਂ ਕਿ ਬਰੂਸਿਲੋਸਿਸ ਹੋ ਗਈ, ਕੋਲੀਬੈਸੀਲੋਸਿਸ ਹੋ ਗਈ, ਤਪਦਿਕ ਰੋਗ ਜਿਹਨੂੰ ਆਪਾਂ TB ਵੀ ਕਹਿੰਦੇ ਹਾਂ, ਜਾਂ ਲੇਵੇ ਦੀ ਸੋਜ ਤੋਂ ਗ੍ਰਸਤ ਨਹੀਂ ਹੋਣਾ ਚਾਹੀਦਾ। ਸੋ ਜੇਕਰ ਪਸ਼ੂ ਬਿਮਾਰ ਹੈ ਤਾਂ ਉਸ ਨੂੰ ਸਿਹਤਮੰਦ ਪਸ਼ੂਆਂ ਤੋਂ ਅੱਡ ਰੱਖਿਆ ਜਾਵੇ ਅਤੇ ਉਸ ਦੀ ਚੁਆਈ ਵੀ ਬਿਲਕੁਲ ਅਖੀਰ ਵਿੱਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਪਸ਼ੂਆਂ ਦਾ ਟੀਕਾਕਰਨ ਕਰਾਉਣਾ ਚਾਹੀਦਾ ਹੈ ਤੇ ਸਮੇਂ ਸਿਰ ਲੇਵੇ ਦੀ ਸੋਜ ਦੀ ਜਾਂਚ ਵੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਪਾਂ ਡਾਕਟਰੀ ਸਲਾਹ ਲੈ ਕੇ ਲੇਵੇ ਦੀ ਸੋਜ ਦਾ ਟਾਈਮ ਸਿਰ ਇਲਾਜ ਕਰਕੇ ਚੱਡੇ ਨੂੰ ਖਰਾਬ ਹੋਣ ਤੋਂ ਬਚਾ ਸਕੀਏ। ਸੋ ਪਸ਼ੂਆਂ ਨੂੰ ਬਿਮਾਰੀਕਰਨ ਤੋਂ ਬਚਾਉਣ ਲਈ ਜਿਸ ਤਰ੍ਹਾਂ ਮੈਂ ਦੱਸਿਆ ਟੀਕਾਕਰਨ ਬਹੁਤ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਜੇਕਰ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਤੁਸੀਂ ਸਿਰਫ ਡਾਕਟਰੀ ਸਲਾਹ ਲੈ ਕੇ ਪਸ਼ੂਆਂ ਨੂੰ ਦਵਾਈਆਂ ਦਿਓ ਜਾਂ ਐਂਟੀਬਾਇਓਟਿਕ ਦਿਓ, ਕਿਉਂਕਿ ਐਂਟੀਬਾਇਓਟਿਕ ਦੀ ਵੀ ਜਿਹੜੀ ਰਹਿੰਦ ਖੂੰਹਦ ਹੈ ਉਹ ਦੁੱਧ ਵਿੱਚ ਆ ਕੇ ਦੁੱਧ ਨੂੰ ਖਰਾਬ ਕਰ ਸਕਦੀ ਹੈ ਅਤੇ ਇਸ ਦੇ ਨਾਲ ਦੁੱਧ ਦੀ ਕੁਆਲਿਟੀ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਖਾਸ ਕਰਕੇ ਦੁਧਾਰੂ ਪਸ਼ੂਆਂ ਨੂੰ ਸੰਤੁਲਿਤ ਆਹਾਰ ਦਿਓ ਤਾਂ ਕਿ ਦੁੱਧ ਦੀ ਵਧੀਆ ਪੈਦਾਵਾਰ ਅਤੇ ਵਧੀਆ ਬਣਤਰ ਹੋ ਸਕੇ। ਸੋ ਇਹ ਤਾਂ ਸੀ ਸਾਫ਼ ਅਤੇ ਸਿਹਤਮੰਦ ਪਸ਼ੂ। ਇਸ ਤੋਂ ਇਲਾਵਾ ਸੁਚੱਜੇ ਢੰਗ ਨਾਲ ਚੁਆਈ ਕਰਨੀ ਵੀ ਬਹੁਤ ਜ਼ਰੂਰੀ ਹੈ। ਸੋ ਚੁਆਈ ਵੇਲੇ ਸਭ ਤੋਂ ਪਹਿਲਾਂ ਤਾਂ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਦੁੱਧ ਚੁਆਈ ਵਾਲੇ ਖੇਤਰ ਵਿੱਚ ਗੰਦਗੀ ਜਿਵੇਂ ਕਿ ਗੋਹਾ, ਚਿੱਕੜ, ਗੰਦੀ ਤੂੜੀ, ਮੱਖੀਆਂ, ਮੱਛਰ ਜਾਂ ਅਵਾਰਾ ਕੁੱਤੇ ਨਹੀਂ ਹੋਣੇ ਚਾਹੀਦੇ। ਸੋ ਚੁਆਈ ਕਰਨ ਵਾਲਾ ਜਿਹੜਾ ਥਾਂ ਹੈ ਜਾਂ ਫਰਸ਼ ਹੈ ਉਹ ਪੱਕਾ ਹੋਵੇ, ਉਹਦੀ ਸਹੀ ਤਰ੍ਹਾਂ ਦੀ ਇੱਕ ਢਲਾਣ ਹੋਵੇ ਤਾਂ ਜੋ ਉੱਥੇ ਪਾਣੀ ਨਾ ਖੜ ਸਕੇ। ਸੋ ਚੁਆਈ ਕਰਨ ਵਾਲੇ ਖੇਤਰ ਨੂੰ ਚੁਆਈ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਅਤੇ 3% ਫਰਨੈਲ ਦੇ ਘੋਲ ਨਾਲ ਸਾਫ਼ ਕਰ ਲਵੋ। ਇਸ ਤੋਂ ਬਾਅਦ ਪਸ਼ੂਆਂ ਦੀ ਉੱਥੇ ਚੁਆਈ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਦੇਵੋ ਕਿ ਉੱਥੇ ਜਿਹੜਾ ਖੁਰਲੀ ਹੈ ਉਹਦੇ ਵਿੱਚ ਬਿਲਕੁਲ ਸਾਫ਼ ਅਤੇ ਸਾਫ਼ ਚਾਰਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਚੁਆਈ ਕਰਨ ਤੋਂ ਪਹਿਲਾਂ ਪਸ਼ੂਆਂ ਨੂੰ ਵੀ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲੈਣਾ ਚਾਹੀਦਾ, ਸਪੈਸ਼ਲੀ ਪਸ਼ੂਆਂ ਦੇ ਪਿਛਲੇ ਹਿੱਸੇ ਨੂੰ। ਸੋ ਪਸ਼ੂ ਦੇ ਪਿਛਲੇ ਹਿੱਸੇ ਨੂੰ, ਪਿਛਲੀਆਂ ਲੱਤਾਂ ਨੂੰ, ਪੂੰਛ ਨੂੰ, ਚੱਡੇ ਨੂੰ ਅਤੇ ਥਣਾ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਇਸ ਤੋਂ ਉਪਰੰਤ ਉਸ ਨੂੰ ਲਾਲ ਦਵਾਈ ਦੇ ਘੋਲ ਨਾਲ ਸਪੈਸ਼ਲੀ ਚੱਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇੱਕ ਸਾਫ਼ ਤੌਲੀਏ ਨਾਲ ਜਾਂ ਸਾਫ਼ ਅਤੇ ਸੁੱਕੇ ਕੱਪੜੇ ਨਾਲ ਸੁਕਾ ਲਵੋ ਤਾਂ ਕਿ ਪਾਣੀ ਦੀਆਂ ਜਿਹੜੀਆਂ ਬੂੰਦਾਂ ਹਨ ਉਹ ਦੁੱਧ ਚੁਆਈ ਵੇਲੇ ਦੁੱਧ ਦੀ ਬਾਲਟੀ ਵਿੱਚ ਨਾ ਪੈ ਸਕਣ। ਇਸ ਤੋਂ ਬਾਅਦ ਆਪਾਂ ਧਿਆਨ ਦੇਣਾ ਹੈ ਕਿ ਜਿਹੜੀ ਚੁਆਈ ਹੈ ਉਹਦੇ ਵੇਲੇ ਆਪਾਂ ਪਸ਼ੂ ਨੂੰ ਬਿਲਕੁਲ ਹੀ ਤਣਾਅ ਮੁਕਤ ਵਾਤਾਵਰਣ ਦਈਏ। ਪਸ਼ੂ ਨੂੰ ਡਰਾਉਣਾ ਨਹੀਂ ਚਾਹੀਦਾ, ਕਿਸੇ ਵੀ ਕਿਸਮ ਦਾ ਟੀਕੇ ਦਾ ਉਪਯੋਗ ਨਹੀਂ ਕਰਨਾ ਚਾਹੀਦਾ ਅਤੇ 6 ਤੋਂ 8 ਮਿੰਟਾਂ ਦੇ ਵਿੱਚ ਚੁਆਈ ਜਿਹੜੀ ਹੈ ਪੂਰੀ ਖਤਮ ਕਰ ਦੇਣੀ ਚਾਹੀਦੀ ਹੈ। ਚੁਆਈ ਕਰਨ ਵੇਲੇ ਵੀ ਧਿਆਨ ਦੇਵੋ ਕਿ ਜੇਕਰ ਤਾਂ ਪਸ਼ੂ ਦੇ ਥਣ ਲੰਮੇ ਹਨ ਤਾਂ ਚੁਆਈ ਪੂਰੇ ਹੱਥ ਨਾਲ ਕਰੋ, ਅੰਗੂਠਾ ਭੰਨ ਕੇ ਜਾਂ ਅੰਗੂਠਾ ਨੱਪ ਕੇ ਨਾ ਕਰੋ, ਕਿਉਂਕਿ ਇੰਜ ਕਰਨ ਨਾਲ ਜਿਹੜਾ ਚੱਡਾ ਹੈ ਜਾਂ ਜਿਹੜੇ ਥਣ ਹਨ ਉਹਨਾਂ ਤੇ ਜ਼ਖਮ ਹੋ ਸਕਦਾ ਹੈ ਅਤੇ ਥਣਾਂ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ। ਇੱਕ ਗੱਲ ਮੈਂ ਦੱਸਣਾ ਚਾਹੂੰਗੀ ਕਿ ਜਿਹੜੀਆਂ ਚੁਆਈ ਵੇਲੇ ਪਹਿਲੀਆਂ ਧਾਰਾਂ ਹੁੰਦੀਆਂ ਹਨ ਉਹਨਾਂ ਵਿੱਚ ਜਿਹੜੇ ਕੀਟਾਣੂ ਜਾਂ ਜੀਵਾਣੂ ਹੁੰਦੇ ਹਨ ਉਹ ਵੱਧ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਪਹਿਲੀਆਂ ਧਾਰਾਂ ਨੂੰ ਹਮੇਸ਼ਾ ਵੱਖਰਾ ਚੋਵੋ ਔਰ ਉਸ ਨੂੰ ਬਾਕੀ ਦੇ ਦੁੱਧ ਵਿੱਚ ਨਾ ਮਿਲਾਓ ਤਾਂ ਕਿ ਜਿਹੜੀ ਦੁੱਧ ਦੀ ਕੁਆਲਿਟੀ ਹੈ ਉਹ ਹਮੇਸ਼ਾ ਚੰਗੀ ਰਹੇ। ਸੋ ਜੇਕਰ ਤੁਸੀਂ ਚੁਆਈ ਵਾਸਤੇ ਮਸ਼ੀਨਾਂ ਦੀ ਵਰਤੋਂ ਕਰਦੇ ਹੋ ਤਾਂ ਇਹਨਾਂ ਨੂੰ ਸਮੇਂ ਸਿਰ ਸਾਫ਼ ਕਰੋ ਅਤੇ ਕੰਪਨੀ ਵੱਲੋਂ ਚੈੱਕ ਵੀ ਕਰਾ ਲੈਣਾ ਚਾਹੀਦਾ ਹੈ। ਸੋ ਇਹ ਤਾਂ ਸੀ ਚੁਆਈ ਵੇਲੇ ਆਪਾਂ ਕੀ ਅਮਲ ਕਰਨੇ ਹਨ।
ਹੁਣ ਚੁਆਈ ਤੋਂ ਬਾਅਦ ਦੇ ਅਮਲ। ਦੇਖੋ ਦੁਧਾਰੂ ਪਸ਼ੂ ਜਦੋਂ ਆਪਾਂ ਚੁਆਈ ਕਰਦੇ ਹਾਂ ਤਾਂ ਉਹਨਾਂ ਦੇ ਥਣਾਂ ਵਿੱਚ ਸੁਰਾਖ ਹੁੰਦੇ ਹਨ। ਸੋ ਚੁਆਈ ਕਰਨ ਉਪਰੰਤ ਉਹ ਜਿਹੜੇ ਸੁਰਾਖ ਹਨ ਉਹ ਘੱਟੋ ਘੱਟ 30 ਮਿੰਟਾਂ ਵਾਸਤੇ ਖੁੱਲ੍ਹੇ ਰਹਿੰਦੇ ਹਨ, ਜਿਸ ਟਾਈਮ ਤੇ ਪਸ਼ੂ ਦੇ ਥਣਾਂ ਵਿੱਚ ਇਨਫੈਕਸ਼ਨ ਜਾਣ ਦਾ ਬਹੁਤ ਹੀ ਜ਼ਿਆਦਾ ਜਿਹੜਾ ਕਹਿ ਲਓ ਖਤਰਾ ਹੁੰਦਾ ਹੈ। ਸੋ ਇਸ ਨੂੰ ਬਚਾਉਣ ਵਾਸਤੇ ਘੱਟੋ ਘੱਟ 30 ਮਿੰਟਾਂ ਵਾਸਤੇ ਪਸ਼ੂ ਨੂੰ ਬੈਠਣ ਨਾ ਦਿਓ। ਆਪਾਂ ਇਸ ਤੋਂ ਇਲਾਵਾ ਥਣ ਡੋਬੇ ਦੀ ਵੀ ਵਰਤੋਂ ਕਰ ਸਕਦੇ ਹਾਂ। ਸੋ ਜੇ ਆਪਾਂ ਬਾਜ਼ਾਰ ਵਿੱਚ ਦੇਖੀਏ ਤਾਂ ਤਰ੍ਹਾਂ ਤਰ੍ਹਾਂ ਦੇ ਥਣ ਡੋਬੇ ਦੁਕਾਨਾਂ ਤੇ ਵਿਕਦੇ ਹਨ। ਪਸ਼ੂ ਪਾਲਕ ਆਪਣੇ ਘਰਾਂ ਵਿੱਚ ਗਲਿਸਰੀਨ ਤੇ ਬੀਟਾਡੀਨ ਦਾ ਘੋਲ ਕਰਕੇ ਥਣ ਡੋਬਾ ਆਪ ਵੀ ਬਣਾ ਸਕਦੇ ਹਨ ਅਤੇ ਕੁਝ ਸਕਿੰਟਾਂ ਵਾਸਤੇ ਇਸ ਥਣ ਡੋਬੇ ਦੇ ਵਿੱਚ ਥਣਾਂ ਨੂੰ ਡੋਬ ਕੇ ਇਨਫੈਕਸ਼ਨ ਰਹਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਸਾਫ਼ ਅਤੇ ਸਿਹਤਮੰਦ ਕਾਮਿਆਂ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਜਿੱਥੇ ਪਸ਼ੂ ਸਾਫ਼ ਅਤੇ ਸਿਹਤਮੰਦ ਹੈ ਉੱਥੇ ਹੀ ਜਿਹੜਾ ਵਿਅਕਤੀ ਪਸ਼ੂਆਂ ਦੀ ਦੇਖ ਰੇਖ ਸਾਂਭ ਸੰਭਾਲ ਕਰਦਾ ਪਿਆ ਹੈ ਜਾਂ ਪਸ਼ੂਆਂ ਦੀ ਚੁਆਈ ਕਰਦਾ ਹੈ ਉਸ ਦਾ ਵੀ ਸਿਹਤਮੰਦ ਹੋਣਾ ਸਾਫ਼ ਹੋਣਾ ਉਨਾ ਹੀ ਜ਼ਰੂਰੀ ਹੈ। ਸੋ ਚੁਆਈ ਵਾਲਾ ਵਿਅਕਤੀ ਵੀ ਕਿਸੇ ਰੋਗ ਤੋਂ ਗ੍ਰਸਤ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਟੀਬੀ ਜਾਂ ਬੁਖਾਰ, ਟਾਈਫਾਈਡ, ਕਿਉਂਕਿ ਜਦੋਂ ਇਹ ਵਿਅਕਤੀ ਇਹੋ ਜਿਹੇ ਵਿਅਕਤੀ ਚੁਆਈ ਕਰਦੇ ਹਨ ਤਾਂ ਉਹ ਸਾਰੇ ਕੀਟਾਣੂ ਵਿਅਕਤੀ ਤੋਂ ਦੁੱਧ ਵਿੱਚ ਜਾ ਕੇ ਫਿਰ ਦੁੱਧ ਦੀ ਕੁਆਲਿਟੀ ਨੂੰ ਖਰਾਬ ਕਰ ਸਕਦੇ ਹਨ। ਇਸ ਤੋਂ ਇਲਾਵਾ ਚੁਆਈ ਤੋਂ ਪਹਿਲਾਂ ਕਾਮੇ ਨੂੰ ਚੰਗੀ ਤਰ੍ਹਾਂ ਹੱਥ ਧੋ ਕੇ ਸਾਬਣ ਨਾਲ, ਪਾਣੀ ਨਾਲ, ਸਾਫ਼ ਕੱਪੜੇ ਪਾ ਕੇ ਹੀ ਚੁਆਈ ਕਰਨੀ ਚਾਹੀਦੀ ਹੈ। ਕਿਸੇ ਵੀ ਕਿਸਮ ਦੀ ਭੈੜੀ ਆਦਤ ਜਿਵੇਂ ਕਿ ਥੁੱਕਣਾ, ਖੰਘਣਾ, ਤੰਬਾਕੂ ਦਾ ਸੇਵਨ ਕਰਨਾ ਜਾਂ ਇੱਥੋਂ ਤੱਕ ਕਿ ਬੋਲਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਮੂੰਹ 'ਚੋਂ ਜਿਹੜੇ ਕੀਟਾਣੂ ਹੈ ਉਹ ਦੁੱਧ ਦੀ ਬਾਲਟੀ 'ਚ ਜਾ ਕੇ ਦੁੱਧ ਦੀ ਕੁਆਲਿਟੀ ਨੂੰ ਖਰਾਬ ਨਾ ਕਰ ਸਕਣ। ਹੁਣ ਆਪਾਂ ਗੱਲ ਕਰਾਂਗੇ ਕਿ ਚੁਆਈ ਤੋਂ ਬਾਅਦ ਦੁੱਧ ਦਾ ਆਪਾਂ ਕੀ ਕਰਨਾ ਹੈ, ਕਿੱਦਾਂ ਦੁੱਧ ਨੂੰ ਸੰਭਾਲਣਾ ਹੈ। ਸੋ ਦੁੱਧ ਸੰਭਾਲਣ ਦਾ ਵੀ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ, ਕਿਉਂਕਿ ਦੇਖੋ ਦੁੱਧ ਇੱਕ ਇਹੋ ਜਿਹਾ ਮਾਧਿਅਮ ਹੈ ਜਿਹਦੇ ਵਿੱਚ ਕਈ ਪ੍ਰਕਾਰ ਦੇ ਪ੍ਰੋਟੀਨ, ਚਰਬੀ, ਖਣਿਜ ਪਦਾਰਥ, ਕਾਰਬੋਹਾਈਡਰੇਟ ਇੱਕ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਸੋ ਨਾ ਇਹ ਇੱਕ ਸੰਤੁਲਿਤ ਆਹਾਰ ਹੈ, ਪਰ ਦੁੱਧ ਦੇ ਵਿੱਚ ਜਿਹੜੇ ਕੀਟਾਣੂ ਜਾਂ ਜੀਵਾਣੂ, ਵਿਸ਼ਾਣੂ ਹੁੰਦੇ ਹਨ ਇਹ ਵੀ ਬਹੁਤ ਹੀ ਛੇਤੀ ਵੱਧਦੇ ਫੁੱਲਦੇ ਹਨ। ਸੋ ਇਸ ਲਈ ਦੁੱਧ ਚੁਆਈ ਤੋਂ ਬਾਅਦ ਉਸ ਨੂੰ ਸੁਚੱਜੇ ਢੰਗ ਨਾਲ ਸੰਭਾਲਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਦੁੱਧ ਨੂੰ 10 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਠੰਡਾ ਕਰ ਦੇਣਾ ਚਾਹੀਦਾ ਹੈ ਜਾਂ ਚਿਲਿੰਗ ਸੈਂਟਰ ਦੇ ਵਿੱਚ ਪਾ ਕੇ ਆ ਜਾਣਾ ਚਾਹੀਦਾ ਹੈ। ਹੁਣ ਜਦੋਂ ਆਪਾਂ ਦੁੱਧ ਦੀ ਬਾਲਟੀ ਨੂੰ ਖਾਲੀ ਕਰ ਲਿਆ ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਆਪਾਂ ਬਾਲਟੀ ਨੂੰ ਵੀ ਚੰਗੀ ਤਰ੍ਹਾਂ ਧੋਈਏ, ਕਿਉਂਕਿ ਜੇ ਬਾਲਟੀ ਦੇ ਵਿੱਚ ਦੁੱਧ ਦੀ ਰਹਿੰਦ ਖੂੰਹਦ ਹੋਏ ਤਾਂ ਉਹਦੇ ਵਿੱਚ ਵੀ ਜਿਹੜੇ ਜੀਵਾਣੂ ਹੈ ਉਹ ਪ੍ਰਫੁੱਲਿਤ ਹੋ ਸਕਦੇ ਹਨ। ਸੋ ਆਪਾਂ ਦੁੱਧ ਦੀ ਬਾਲਟੀ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਅਤੇ ਡਿਟਰਜੈਂਟ ਨਾਲ ਸਾਫ਼ ਕਰਕੇ, ਜੇ ਹੋ ਸਕੇ ਤਾਂ ਐਂਟੀਸੈਪਟਿਕ ਘੋਲ ਨਾਲ ਵੀ ਸਾਫ਼ ਕਰ ਸਕਦੇ ਹੋ ਡਿਟਰਜੈਂਟ ਤੋਂ ਬਾਅਦ, ਤੇ ਫਿਰ ਉਸ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪੇ ਸੁਕਾਉਣ ਵਾਸਤੇ ਰੱਖ ਦਿਓ। ਜਿੱਥੇ ਵੀ ਤੁਸੀਂ ਦੁੱਧ ਦੀ ਸਟੋਰੇਜ ਜਾਂ ਬਾਲਟੀਆਂ, ਕੈਨੀਆਂ ਦੀ ਸਟੋਰੇਜ ਕਰਨੀ ਹੈ, ਧਿਆਨ ਦਿਵੋ ਕਿ ਉੱਥੇ ਕਿਸੇ ਵੀ ਪ੍ਰਕਾਰ ਦੇ ਕੀਟਨਾਸ਼ਕ ਦਵਾਈਆਂ ਜਾਂ ਹੋਰ ਰਸਾਇਣ ਨਾ ਪਏ ਹੋਣ ਜਾਂ ਕਿਸੇ ਵੀ ਕਿਸਮ ਦੇ ਚੂਹੇ, ਕਿਰਲੀਆਂ, ਅਵਾਰਾ ਕੁੱਤਿਆਂ ਦਾ ਆਣਾ ਜਾਣਾ ਨਾ ਹੋਵੇ। ਸੋ ਇਸ ਤੋਂ ਇਲਾਵਾ ਆਪਾਂ ਜਿਹੜੀ ਬਾਲਟੀਆਂ ਹਨ ਉਹ ਚੰਗੀ ਕੁਆਲਿਟੀ ਦੀਆਂ ਹੋਣੀਆਂ ਚਾਹੀਦੀਆਂ ਹਨ। ਕੋਸ਼ਿਸ਼ ਕਰੋ ਐਲੂਮੀਨੀਅਮ ਜਾਂ ਸਟੀਲ ਦੀਆਂ ਬਾਲਟੀਆਂ ਦੀ ਵਰਤੋਂ ਕਰੋ ਜਿਹਦੇ ਵਿੱਚ ਘੱਟ ਤੋਂ ਘੱਟ ਜੋੜ ਹੋਣ, ਕਿਉਂਕਿ ਇਹਨਾਂ ਜੋੜਾਂ ਦੇ ਵਿੱਚ ਵੀ ਦੁੱਧ ਦੀ ਰਹਿੰਦ ਖੂੰਹਦ ਹੋ ਸਕਦੀ ਹੈ ਅਤੇ ਫਿਰ ਸਫਾਈ ਕਰਨੀ ਔਖੀ ਹੋ ਜਾਂਦੀ ਹੈ। ਹੁਣ ਆਪਾਂ ਗੱਲ ਕਰਾਂਗੇ ਵਾਤਾਵਰਣ ਦੀ। ਸੋ ਜਿਹੜਾ ਵਾਤਾਵਰਣ ਹੈ ਜਿੱਥੇ ਚੁਆਈ ਵਾਲਾ ਖੇਤਰ ਹੈ ਉਹ ਵੀ ਸਾਫ਼ ਸੁਥਰਾ, ਤਣਾਅ ਮੁਕਤ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਪਸ਼ੂ ਹੈ ਉਸਦੀ ਵਧੀਆ ਚੁਆਈ ਹੋ ਸਕੇ। ਆਲੇ ਦੁਆਲੇ ਵਿੱਚ ਵੀ ਕੋਈ ਵੀ ਕਿਸੇ ਕਿਸਮ ਦੀ ਗੰਦਗੀ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਫਰਸ਼ ਪੱਕਾ ਹੋਣਾ ਚਾਹੀਦਾ ਹੈ, ਸਾਫ਼ ਹੋਣਾ ਚਾਹੀਦਾ ਹੈ। ਉਸੇ ਤਰ੍ਹਾਂ ਜਿਹੜੀਆਂ ਖੁਰਲੀਆਂ ਹਨ ਉਹ ਵੀ ਸਾਫ਼ ਹੋਣੀਆਂ ਚਾਹੀਦੀਆਂ ਹਨ ਅਤੇ ਚੁਆਈ ਤੋਂ ਬਾਅਦ ਕੋਸ਼ਿਸ਼ ਕਰੋ ਕਿ ਖੁਰਲੀਆਂ ਵਿੱਚੋਂ ਫਾਲਤੂ ਚਾਰਾ ਕੱਢ ਕੇ ਚੰਗੀ ਤਰ੍ਹਾਂ ਖੁਰਲੀਆਂ ਸਾਫ਼ ਕਰ ਲਈਆਂ ਜਾਣ। ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਆਸ-ਪਾਸ ਗੰਦੀ ਬਦਬੂ ਨਹੀਂ ਹੁੰਦੀ, ਕਿਉਂਕਿ ਦੁੱਧ ਐਸਾ ਮਾਧਿਅਮ ਹੈ ਜਿਹੜਾ ਹਰ ਤਰ੍ਹਾਂ ਦੀ ਬਦਬੂ ਵੀ ਆਪਣੇ ਅੰਦਰ ਐਬਜ਼ੌਰਬ ਕਰ ਲੈਂਦਾ ਹੈ। ਸੋ ਆਲਾ ਦੁਆਲਾ ਸਾਫ਼ ਹੋਏ, ਚੁਆਈ ਵਾਲਾ ਖੇਤਰ ਸਾਫ਼ ਹੋਵੇ ਤੇ ਇਸ ਤਰ੍ਹਾਂ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਥਨੈਲਾ ਰੋਗ ਤੋਂ ਬਚਾ ਸਕਦੇ ਹਨ ਅਤੇ ਆਪਣੇ ਜਿਹੜੀ ਦੁੱਧ ਦੀ ਕੁਆਲਿਟੀ ਹੈ ਉਹਨੂੰ ਅੰਤਰਰਾਸ਼ਟਰੀ ਮਿਆਰਾਂ ਤੇ ਲਿਜਾ ਕੇ ਜਿਹੜਾ ਡੇਅਰੀ ਫਾਰਮਿੰਗ ਦਾ ਕਿੱਤਾ ਹੈ ਉਸ ਨੂੰ ਇੱਕ ਲਾਹੇਵੰਦ ਕਿੱਤਾ ਬਣਾ ਸਕਦੇ ਹਾਂ। ਅੱਜ ਭਾਰਤ ਭਾਵੇਂ ਦੁੱਧ ਉਤਪਾਦਨ ਦੇ ਵਿੱਚ ਬਹੁਤ ਅੱਗੇ ਆ ਗਿਆ ਹੈ, ਪਰ ਦੁੱਧ ਦਾ ਮਿਆਰ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਣਾ ਸਾਡੇ ਲਈ ਬੜਾ ਮਹੱਤਵਪੂਰਨ ਹੈ। ਇਸ ਬਹੁਤ ਹੀ ਗੰਭੀਰ ਤੇ ਅਹਿਮ ਮੁੱਦੇ ਦੇ ਉੱਤੇ ਚਰਚਾ ਕਰਨ ਲਈ
मैं डॉक्टर सिमरनप्रीत कौर जी का धन्यवाद करदा कि वो साडे नाल अज इस प्रोग्राम दे विच जुड़े ते साडे किसान साथियों दे नाल ये सारी जानकारी साझी कीती। थैंक यू। धन्यवाद डॉक्टर साहब। ਪਸ਼ੂ ਪਾਲਣ ਸੁਨੇਹੇ ਦੀ ਇਸ ਕੜੀ ਦੇ ਵਿੱਚ ਅੱਜ ਅਸੀਂ ਸਾਫ਼ ਦੁੱਧ ਉਤਪਾਦਨ ਦੇ ਨਾਲ-ਨਾਲ ਦੁੱਧ ਤੋਂ ਆਮਦਨੀ ਵਧਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕਰਾਂਗੇ। ਇਸ ਖਾਸ ਵਿਸ਼ੇ ਦੇ ਉੱਤੇ ਹੋਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹਨ ਡਾਕਟਰ ਨੀਤਿਕਾ ਗੋਇਲ ਜੀ। ਡਾਕਟਰ ਸਾਹਿਬ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵਿੱਚ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਡਾਕਟਰ ਸਾਹਿਬ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਦੁੱਧ ਉਤਪਾਦਕ ਆਪਣੇ ਦੁੱਧ ਤੋਂ ਵੱਧ ਆਮਦਨੀ ਕਿਵੇਂ ਲੈ ਸਕਦੇ ਨੇ। ਆਓ ਡਾਕਟਰ ਸਾਹਿਬ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਦੁੱਧ ਉਤਪਾਦਨ ਦੇ ਵਿੱਚ ਭਾਵੇਂ ਅਸੀਂ ਅੱਜ ਸਿਖਰ ਤੇ ਪਹੁੰਚ ਚੁੱਕੇ ਹਾਂ, ਪਰ ਫਿਰ ਵੀ ਕਿਸਾਨ ਦੁੱਧ ਤੋਂ ਮਿਲਣ ਵਾਲੇ ਮੁੱਲ ਤੋਂ ਨਿਰਾਸ਼ ਨੇ। ਸਾਡੇ ਕਿਸਾਨ ਸਾਥੀ ਤੇ ਡੇਅਰੀ ਫਾਰਮਰ ਦੁੱਧ ਉਤਪਾਦਨ ਤੋਂ ਆਮਦਨੀ ਵਧਾਉਣ ਲਈ ਕੀ ਕਰ ਸਕਦੇ ਨੇ? ਸਾਰੇ ਕਿਸਾਨ ਵੀਰਾਂ ਨੂੰ ਮੇਰਾ ਸਤਿ ਸ੍ਰੀ ਅਕਾਲ। ਜਿਵੇਂ ਕਿ ਅੱਜ ਅਸੀਂ ਗੱਲ ਕਰ ਰਹੇ ਨੇ ਕਿ ਇੱਕ ਦੁੱਧ ਉਤਪਾਦਕ ਨੂੰ ਦੁੱਧ ਦਾ ਜਿਹੜਾ ਸਹੀ ਮੁੱਲ ਹੈ ਉਹ ਨਹੀਂ ਮਿਲ ਰਿਹਾ। ਉਸ ਦੇ ਪਿੱਛੇ ਜਿਹੜੇ ਮੁੱਖ ਕਾਰਨ ਨੇ ਉਹ ਹੈ ਸਾਡੇ ਦੁੱਧ ਉਤਪਾਦਨ ਲਈ ਜਿਹੜੀ ਸਾਨੂੰ ਲੋੜਾਂ ਹੁੰਦੀ ਹੈ, ਜਿਵੇਂ ਕਿ ਇੱਕ ਲੇਬਰ ਕਾਸਟ ਜਿਹੜੀ ਹੈ ਉਹ ਵੱਧ ਰਹੀ ਹੈ, ਜਿਵੇਂ ਕਿ ਫੋਡਰ ਦਾ ਕਾਸਟ ਹੈ ਜਿਹੜਾ ਉਹ ਵੱਧ ਰਿਹਾ ਹੈ। ਤੇ ਇੱਕ ਫਾਰਮਰ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਜੇ ਮੈਂ ਦੁੱਧ ਨੂੰ ਕਿਸੇ ਹੋਰ ਤਰੀਕੇ ਨਾਲ ਵੇਚਾਂ ਤੇ ਮੈਂ ਇੱਕ ਵਧੀਆ ਜਿਹੜਾ ਮੁੱਲ ਹੈ ਉਹ ਦੁੱਧ ਦਾ ਲੈ ਸਕਦਾ ਹੈ। ਦੂਜੇ ਵੱਲ ਅਸੀਂ ਜਦੋਂ ਦੇਖਦੇ ਹਾਂ, ਜੇ ਆਪਾਂ ਸ਼ਹਿਰ ਵੱਲ ਆਉਂਦੇ ਹਾਂ, ਅਸੀਂ ਦੇਖਦੇ ਹਾਂ ਕਿ यहाँ पर ਵਧੀਆ ਕੁਆਲਿਟੀ ਦੇ ਦੁੱਧ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਨਾਲ ਦੇ ਨਾਲ ਲੋਕੀ ਬਹੁਤ ਜ਼ਿਆਦਾ ਚਾਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਦੁੱਧ ਉਤਪਾਦ ਮਿਲੇ ਉਹ ਬਹੁਤ ਵਧੀਆ ਕੁਆਲਿਟੀ ਦਾ ਮਿਲੇ, ਵੱਖ-ਵੱਖ ਤਰੀਕੇ ਦੇ ਦੁੱਧ ਉਤਪਾਦ ਮਿਲਣ। ਬਹੁਤ ਜ਼ਿਆਦਾ ਇਨ ਚੀਜ਼ਾਂ ਦੀ ਜਿਹੜੀ ਡਿਮਾਂਡ ਹੈ ਉਹ ਵੱਧ ਰਹੀ ਹੈ। ਇਸੇ ਲਈ ਸਾਡਾ ਮੰਨਣਾ ਹੈ ਕਿ ਜੇ ਇੱਕ ਦੁੱਧ ਉਤਪਾਦਕ ਆਪਣੇ ਜਿਹੜੇ ਸੋਚ ਨੂੰ ਬਦਲ ਕੇ ਇੱਕ ਦੁੱਧ ਉਤਪਾਦਕ ਹੋਣ ਦੇ ਨਾਲ ਜੇ ਇੱਕ ਪ੍ਰੋਸੈਸਿੰਗ ਵੱਲ ਵੀ ਜੇ ਉਹ ਜਾਈਏ ਤੇ ਦੁੱਧ ਦੇ ਮੁੱਲ ਦੇ ਵਿੱਚ ਉਹ ਵਾਧਾ ਕਰ ਸਕਦਾ ਹੈ ਤੇ ਆਪਣੇ ਦੁੱਧ ਦਾ ਸਹੀ ਮੁੱਲ ਜਿਹੜਾ ਹੈ ਉਹ ਆਪਣੀ ਹਿੰਮਤ ਨਾਲ ਜਿਹੜਾ ਹੈ ਲੈ ਸਕਦਾ ਹੈ। ਡਾਕਟਰ ਸਾਹਿਬ, ਤੁਸੀਂ ਇੱਕ ਸ਼ਬਦ ਵਰਤਿਆ ਪ੍ਰੋਸੈਸਿੰਗ, ਤਾਂ ਸਾਨੂੰ ਇਹ ਦੱਸੋ ਕਿ ਪ੍ਰੋਸੈਸਿੰਗ ਦਾ ਕੀ ਮਤਲਬ ਹੈ ਤੇ ਪ੍ਰੋਸੈਸਿੰਗ ਦੇ ਵਿੱਚ ਦੁੱਧ ਉਤਪਾਦਕਾਂ ਲਈ ਕਿਹੜੀਆਂ-ਕਿਹੜੀਆਂ ਸੰਭਾਵਨਾਵਾਂ ਨੇ? ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਦੁੱਧ ਦੇ ਮੁੱਲ ਨੂੰ ਵਧਾਉਣਾ ਹੈ, ਉਸ ਦੁੱਧ ਨੂੰ ਦੇ ਮੁੱਲ ਨੂੰ ਵਧਾਉਣ ਲਈ ਸਾਡੇ ਕੋਲ ਕਈ ਰਸਤੇ ਨੇ, ਜਿਸ ਦੇ ਵਿੱਚ ਇੱਕ ਪਹਿਲਾ ਜਿਹੜਾ ਸਟੈਪ ਹੈ ਉਹ ਹੈਗੀ ਦੁੱਧ ਦੀ ਪ੍ਰੋਸੈਸਿੰਗ। ਮੈਂ ਇਸ ਦੇ ਲਈ ਆਪਣੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੂੰਗੀ ਕਿ ਪ੍ਰੋਸੈਸਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਦੁੱਧ ਨੂੰ ਕੋਈ ਮਸ਼ੀਨ 'ਚ ਪਾ ਕੇ ਜਾਂ ਉਹਦੇ ਨਾਲ ਕੁਝ ਆਪਾਂ ਉਸ ਤੱਤਾਂ 'ਚ ਚੇਂਜ ਕਰਕੇ ਆਪਾਂ ਬਹੁਤ ਜ਼ਿਆਦਾ ਮੁੱਲ ਵਾਧਾ ਕਰ ਸਕਦੇ ਨੇ। ਬਹੁਤ ਸਿੰਪਲ ਤਰੀਕੇ ਨਾਲ ਵੀ ਆਪਾਂ ਦੁੱਧ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਬਣਾ ਸਕਦੇ ਨੇ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ, ਮੈਂ ਸਾਰੇ ਕਿਸਾਨ ਵੀਰਾਂ ਨੂੰ ਜੋ ਵੀ ਸਾਡੇ ਕੋਲ ਆਉਂਦੇ ਨੇ, ਅਸੀਂ ਪਹਿਲੀ ਗੱਲ ਕਰਦੇ ਹਾਂ ਕਿ ਜੋ ਵੀ ਤੁਸੀਂ ਦੁੱਧ ਉਤਪਾਦਨ ਕਰ ਰਹੇ ਹੋ, ਫਾਰਮ ਲੈਵਲ ਤੇ ਜੋ ਵੀ ਦੁੱਧ ਉਤਪਾਦਨ ਕਰ ਰਹੇ ਹੋ, ਉਹਨੂੰ ਪਹਿਲੇ ਸਾਫ਼ ਤਰੀਕੇ ਨਾਲ ਜਿਹੜਾ ਦੁੱਧ ਦਾ ਉਤਪਾਦਨ ਹੋਣਾ ਚਾਹੀਦਾ ਹੈ। ਉਸ ਦੇ ਪਿੱਛੇ ਇੱਕ ਬਹੁਤ ਮੁੱਖ ਕਾਰਨ ਇਹ ਹੈ ਕਿ ਜੇ ਤੁਹਾਡੇ ਦੁੱਧ ਦੀ ਕੁਆਲਿਟੀ ਹੀ ਵਧੀਆ ਨਹੀਂ ਹੋਊਗੀ, ਤੁਸੀਂ ਉਸ ਦੁੱਧ ਦੀ ਪ੍ਰੋਸੈਸਿੰਗ ਕਰੋਗੇ ਜਾਂ ਉਸ ਦੁੱਧ ਦੇ ਉਤਪਾਦ ਬਣਾਓਗੇ, ਉਸ ਦੀ ਕੁਆਲਿਟੀ ਵੀ ਜਿਹੜੀ ਹੈ ਉਹ ਵਧੀਆ ਨਹੀਂ ਹੋਊਗੀ। ਆਪਾਂ ਇੱਕ ਫਾਰਮ ਲੈਵਲ ਤੇ ਹੀ ਜੋ ਵੀ ਕਿਸਾਨ ਵੀਰ ਵੈਲਿਊ ਐਡੀਸ਼ਨ ਵੱਲ ਆਉਣਾ ਚਾਹੁੰਦੇ ਨੇ, ਉਹ ਨਾਲ ਰਲ ਕੇ ਇੱਕ ਸੰਗਠਨ ਬਣਾ ਕੇ ਇੱਕ ਫਾਰਮ ਲੈਵਲ ਤੇ ਦੁੱਧ ਨੂੰ ਇਕੱਠਾ ਕਰਕੇ ਚੌਣ ਤੋਂ ਬਾਅਦ इमीडिएटली या बिल्कुल जल्दी उसको 5 डिग्री सेंटीग्रेड ते ठंडा करके पैक करके भी जिहड़ा है एक कंज्यूमर तक उस दुध नूं पहुंचा सकते हो। ਉਹਦੇ ਨਾਲ ਸਾਨੂੰ ਦੋ ਫਾਇਦੇ ਹੁੰਦੇ हैं, एक ਸਾਡਾ ਦੁੱਧ ਜਲਦੀ ਖਰਾਬ ਨਹੀਂ ਹੁੰਦਾ, ਦੂਜਾ ਦੁੱਧ ਦੀ ਮਿਆਦ ਜਿਹੜੀ ਹੈ ਉਹ ਵੱਧ ਜਾਂਦੀ ਹੈ। ਜੋ ਦੁੱਧ 3 ਜਾਂ 4 ਘੰਟੇ 'ਚ ਖੱਟਾ ਹੋਣ ਲੱਗ ਪੈਂਦਾ ਹੈ, ਜੇ ਤੁਸੀਂ ਦੁੱਧ ਚੌਣ ਤੋਂ ਬਾਅਦ एकदम से उन्होंने ठंडा कर दो, पैक कर दो, तो वो कई घंटिया तक जिहड़ा है वो सुरक्षित रहता है। नाल दे नाल जिहड़ा कंज्यूमर है ਉਹਨੂੰ भी एक दुध उत्पादक दे विश्वास हुंदा है, एक कॉन्फिडेंस आंदा है कि जो वो उत्पाद एक उत्पादक तो खरीद रहा है वो बहुत वधिया क्वालिटी का है। दूजे वल एक प्रोसैसिंग का जिहड़ा दूजा पार्ट है वो है कि आपां दुध नूं पास्चराइज करिए। पास्चराइज का मतलब होंदा है कि आपां दुध नूं गरम करिए 72 डिग्री सेंटीग्रेड ते 5 मिनटां लई, ਉਹਨੂੰ ठंडा करके पैक करिए। तो जिवें तुसीं मार्केट विच भी देखते होंगे कई तरीके के दूध जिहड़े मार्केट विच अजकल मिलते हैं, जिवें 1.5% फैट का दूध, 3% फैट का दूध या 4.5% फैट का दूध,
अलग अलग तरीके की पॉलीथीन च पैक होके मार्केट विच आंदा है। ਉਹਦੇ ਨਾਲ ਸਾਡੇ ਦੁੱਧ ਦੀ ਜਿਹੜੀ ਮਿਆਦ ਹੈ ਉਹ 3 से 4 दिन, अगर ਵਧੀਆ ਕੁਆਲਿਟੀ ਦਾ ਦੁੱਧ ਹੈ ਤੇ 7 दिन तक भी ਵਧਾਈ ਜਾ ਸਕਦੀ ਹੈ। ਤੇ ਪ੍ਰੋਸੈਸਿੰਗ ਨਾਲ ਆਪਾਂ ਦੁੱਧ ਦੀ ਮਿਆਦ ਵਧਾ ਸਕਦੇ ਹਾਂ, ਨਾਲ ਦੇ ਨਾਲ ਆਪਾਂ ਦੁੱਧ ਦੇ ਮੂਲ ਦੇ ਵਿੱਚ ਵੀ ਵਾਧਾ ਕਰ ਸਕਦੇ। ਇੱਕ ਤੀਜਾ ਤਰੀਕਾ ਹੈ ਕਿ ਆਪਾਂ ਦੁੱਧ ਤੋਂ ਵੱਖ-ਵੱਖ ਤਰੀਕੇ ਦੇ ਦੁੱਧ ਉਤਪਾਦ ਬਣਾ ਕੇ ਦੁੱਧ ਦੀ ਮਿਆਦ ਵਧਾ ਸਕਦੇ ਹਾਂ, ਨਾਲੇ ਉਸ ਨਾਲ ਦੇ ਨਾਲ ਆਪਾਂ ਦੁੱਧ ਦੇ ਮੂਲ ਦੇ ਵਿੱਚ ਵੀ ਜਿਹੜਾ ਹੈ ਉਹ ਵਾਧਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਇਹ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਫਾਰਮਰਸ ਨੇ ਜਾਂ ਕਿਸਾਨਾਂ ਨੇ ਪ੍ਰੋਸੈਸਿੰਗ ਵਾਲੇ ਪਾਸੇ ਨੂੰ ਆਉਣਾ ਹੈ ਤਾਂ ਉਹਨਾਂ ਨੂੰ ਕਿਹੜੇ-ਕਿਹੜੇ ਉਤਪਾਦਾਂ ਦੇ ਵੱਲ ਖਿਆਲ ਕਰਨਾ ਚਾਹੀਦਾ ਹੈ, ਕਿਹੜੇ-ਕਿਹੜੇ ਉਤਪਾਦ ਅੱਜ ਬਾਜ਼ਾਰ ਦੇ ਵਿੱਚ ਵਧੇਰੇ ਮੰਗ ਦੇ ਵਿੱਚ ਨੇ? ਜਦੋਂ ਅਸੀਂ ਵੈਲਿਊ ਐਡੀਸ਼ਨ ਦੀ ਗੱਲ ਕਰਦੇ ਨੇ, ਪ੍ਰੋਸੈਸਿੰਗ ਦੇ ਵਿੱਚ ਦੁੱਧ ਨੂੰ ਦੁੱਧ ਉਤਪਾਦ ਦੇ ਵਿੱਚ ਜੇ ਅਸੀਂ ਬਦਲਦੇ ਨੇ ਤੇ ਇਸ ਦਾ ਇੱਕ ਬਹੁਤ ਵੱਡਾ ਜਿਹੜਾ ਮੈਂ ਮੰਨਦੀ ਹਾਂ ਇੱਕ ਰੋਲ ਹੈ ਆਪਾਂ ਦੁੱਧ ਨੂੰ ਦੁੱਧ ਉਤਪਾਦ ਬਣਾ ਕੇ ਵੇਚਣਾ। ਜਿਵੇਂ ਕਿ ਮੈਂ ਇੱਕ ਉਦਾਹਰਨ ਦੇ ਤੌਰ ਤੇ ਸਮਝਾਉਣਾ ਚਾਹੂੰਗੀ, ਜੇ ਇੱਕ ਦੁੱਧ ਉਤਪਾਦਕ दूध बेच रहा है वो 35 रुपये या 40 रुपये किलो बेचता है, जे उसकी दही बना के बेचता है उसका मुल असी 70 रुपये तो लैके 100 रुपये किलो उसी दुੱਧ का मुल ਜਿਹੜਾ ਉਹ ਲੈ ਸਕਦੇ ਨੇ। ਜੇ ਆਪਾਂ ਉਸੇ ਦੁੱਧ ਨੂੰ ਸੁਗੰਧਿਤ ਦੁੱਧ ਬਣਾ ਦਈਏ ਤਾਂ 150 रुपये किलो तक ਅਸੀਂ ਉਸ ਦੁੱਧ ਦਾ ਮੁੱਲ ਲੈ ਸਕਦੇ ਨੇ। ਤੇ ਵੱਖ-ਵੱਖ ਤਰੀਕੇ ਦੇ ਪ੍ਰੋਡਕਟਸ ਜਾਂ ਉਤਪਾਦ ਜਿਹੜਾ ਇੱਕ ਦੁੱਧ ਉਤਪਾਦਕ ਬਣਾकर ਆਪਣਾ ਜਿਹੜਾ ਮੁਨਾਫਾ ਹੈ ਕਮਾ ਸਕਦਾ ਹੈ। ਇਸ ਦੇ ਵਿੱਚ ਬਹੁਤ ਸਾਰੀ ਕੈਟਾਗਰੀਜ਼ 'ਚ ਮੈਂ ਦੁੱਧ ਉਤਪਾਦਾਂ ਨੂੰ ਪਾਉਣੀ ਹੈ, ਜਿਵੇਂ ਕਿ ਆਪਾਂ ਦੁੱਧ ਨੂੰ ਕਾੜ ਕੇ ਕੁਝ ਪ੍ਰੋਡਕਟ ਬਣਾ ਸਕਦੇ ਹਾਂ, ਜਿਵੇਂ ਕਿ ਬਰਫੀ ਹੋ ਗਈ, ਮਿਲਕ ਕੇਕ ਹੋ ਗਿਆ। ਇਹਦੇ ਨਾਲ ਜਿਹੜੇ ਇਹ ਪ੍ਰੋਡਕਟਸ ਨੇ ਬਹੁਤ ਲੰਬੇ ਸਮੇਂ ਤੱਕ ਚੱਲ ਜਾਂਦੇ ਨੇ, ਨਾਲੇ ਇਹਨਾਂ ਦਾ ਜਿਵੇਂ ਅੱਜ ਕੱਲ੍ਹ ਫੈਸਟੀਵਲ ਟਾਈਮ ਚੱਲਦਾ ਹੈ ਜਾਂ ਫਿਰ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਇਹ ਪ੍ਰੋਡਕਟਸ ਹੈ ਬਹੁਤ ਆਰਾਮ ਨਾਲ ਵੇਚੇ ਜਾ ਸਕਦੇ ਨੇ ਤੇ ਇਹਨਾਂ ਤੋਂ ਜਿਹੜਾ ਸਾਡਾ ਪ੍ਰੋਫਿਟ ਆਉਂਦਾ ਹੈ ਜਾਂ ਜਿਹੜਾ ਮੁਨਾਫਾ ਹੁੰਦਾ ਹੈ ਉਹ ਵੀ ਕਈ ਗੁਣਾ ਵੱਧ ਜਾਂਦਾ ਹੈ। ਉਸ ਤੋਂ ਇਲਾਵਾ ਅਸੀਂ ਦੁੱਧ ਨੂੰ ਜਾਗ ਲਗਾ ਕੇ ਕੁਝ ਉਤਪਾਦ ਬਣਾ ਸਕਦੇ ਨੇ, ਜਿਵੇਂ ਕਿ ਦੁੱਧ ਤੋਂ ਦਹੀਂ ਬਣਾਉਣਾ, ਵੱਖ-ਵੱਖ ਤਰੀਕੇ ਦੀ ਲੱਸੀਆਂ ਬਣਾਉਣਾ ਜੋ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਵੀ ਕੀਤੀ ਜਾਂਦੀ ਹੈ। कुछ नए तरीके के प्रोडक्ट्स बनाना, जिमें कि श्रीखंड जैसे प्रोडक्ट भी या उत्पाद भी जिहड़ा एक किसान या एक किसानों का संगठन जिहड़ा है वो दुध की प्रोसैसिंग विच कर सकता है। उस तो इलावा दुध नूं फाड़ के जिहड़े प्रोडक्ट्स बनाए जाते हैं, जिमें कि पनीर या दुध नूं आपां जिहड़े जमा के प्रोडक्ट्स बना सकते हैं, जिमें कि कुल्फी या आइसक्रीम। इस तो अलावा कुछ स्पेशल तरीके के दुध उत्पाद भी जिहड़े किसान वीर हैं वो बना सकते हैं, जिमें कि आपां आजकल जिहड़े मार्केट दे विच बहुत ज़्यादा कुछ प्रोडक्ट्स की डिमांड वधदी जा रही है, वो है जिमें योगर्ट, जो कि एक कमर्शियल लेवल ते बहुत ज़्यादा पसंद किया जाता है, विश्व स्तर ते भी बहुत ज़्यादा पसंद किया जाता है। तो कई तरीके के फ्लेवर्ड योगर्ट्स जिहड़े मार्केट दे विच अवेलेबल ने, इन्हां दी डिमांड भी बहुत ज़्यादा है क्योंकि ये सेहत लई भी बहुत वधिया है, नाले बनाने च भी बहुत आसान ने। एक अलग तरीके का प्रोडक्ट जिमें कि चीज़ मार्केट में बहुत ज़्यादा आजकल बिकता है, क्योंकि जैसे जैसे वेस्टर्नाइजेशन कल्चर आ रहा है, ग्लोबलाइजेशन बढ़ रही है, आपां कई तरीके के वेस्टर्न प्रोडक्ट्स नूं बहुत ज़्यादा पसंद कर रहे हैं, जिमें कि पिज़्ज़ाज़ या बहुत सारे और हमारा जो एक ग्लोबल कल्चर हमारे देश दे विच आ गया है। तो उहदे लई उन व्यंजनां च जिहड़ा चीज़ का इस्तेमाल बहुत ज़्यादा किया जाता है। असी पंजाब दे विच मोज़रेला चीज़ नूं बहुत ज़्यादा प्रमोट करते हैं, क्योंकि जिहड़ा पंजाब है वो मझ दे दुध जिहड़ा पंजाब दे विच बहुत ज़्यादा पाया जाता है, तो इस दुध तो बनने वाला चीज़ जो मोज़रेला चीज़ है वो बहुत ज़्यादा पसंद भी किया जाता है। तो ये बहुत सारी ये कुछ इदां दे उत्पाद ने जिहड़ा एक दुध उत्पादक बना के वेच के अपने मुनाफे जिहड़ा है वधा सकता है तो अपनी आजीविका चला सकता है। डॉक्टर साहब, पंजाब दे विच साडे किसान साथी अलग अलग तरह के पशु पालते हैं, कई गावां पालनियां पसंद करते हैं तो कई मझां, तो इस तो इलावा काफ़ी सारे पशु पाल के इस तरह के भी है ਜਿਹੜੇ ਬੱਕਰੀਆਂ ਪਾਲਦੇ ਨੇ। ਤਾਂ ਪ੍ਰੋਸੈਸਿੰਗ ਦੇ ਵਿੱਚ ਅਲੱਗ-ਅਲੱਗ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਦੀ ਵੀ ਕੋਈ ਮਹੱਤਤਾ ਹੁੰਦੀ ਹੈ ਜਾਂ ਸਾਰੇ ਹੀ ਦੁੱਧ ਨੂੰ ਇੱਕੇ ਢੰਗ ਦੇ ਨਾਲ ਵੇਖਿਆ ਜਾਣਾ ਚਾਹੀਦਾ ਹੈ? मैं अपने किसान वीरों को दसना चाहूँगी कि मेरा ये मानना है कि दूध जो भी हो बहुत वधिया होंदा है, चाहे वो गां का दूध हो या मझ का दूध हो या बकरी का दूध हो या ऊँट का दूध हो, हर एक दूध की अपनी एक विशेषता है। जिवें गां के दूध की गल करिए, फैट घट हुंदा है, पचान च बहुत आसान हुंदा है। जे मझ के दूध की गल करिए, फैट बहुत ज़्यादा हुंदा है, बहुत शक्तिवर्धक हुंदा है, सफ़ेद रंग का हुंदा है, तो बहुत ज़्यादा उत्पादों च इसका उपयोग किया जाता है। बकरी के दूध की गल करिए, ਅਸੀਂ ਸਾਰੇ ਜਾਣਦੇ ਨੇ कि बीमारी नाल लड़न की क्षमता जिहड़ी इस दूध की बहुत ज़्यादा है।
ਊਠ ਦੀ ਦੁੱਧ ਦੀ ਗੱਲ ਕਰੀਏ, ਇਸ ਦੇ ਵਿੱਚ ਕਈ ਤਰੀਕੇ ਕੇ ਜਿਹੜੇ ਮਿਨਰਲਸ ਹੈ ਉਹ ਪਾਏ ਜਾਂਦੇ ਨੇ ਤੇ ਹਰ ਇੱਕ ਦੁੱਧ ਦਾ ਅਸੀਂ ਵੱਖ-ਵੱਖ ਤਰੀਕੇ ਦੇ ਉਤਪਾਦ ਬਣਾਉਣ 'ਚ ਇਸਤੇਮਾਲ ਕਰ ਸਕਦੇ ਨੇ। ਜਿਵੇਂ ਕਿ ਜੇ ਆਪਾਂ ਮੱਝ ਦੇ ਦੁੱਧ ਦੀ ਗੱਲ ਕਰਦੇ ਹਾਂ, ਇਹ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਿਹੜੇ ਵੀ ਸਾਡੇ ਪਰੰਪਰਾਗਤ ਜਿਹੜੇ ਸਾਡੇ ਉਤਪਾਦ ਹੁੰਦੇ ਨੇ, ਜਿਵੇਂ ਕਿ ਅਸੀਂ ਮਿਲਕ ਕੇਕ ਬਣਾਉਣਾ ਹੈ ਜਾਂ ਬਰਫੀ ਬਣਾਉਣਾ ਹੈ, ਕਿਉਂਕਿ ਫੈਟ ਜ਼ਿਆਦਾ ਕਰਕੇ ਇਨ ਪ੍ਰੋਡਕਟਸ ਦੇ ਵਿੱਚ ਜਿਹੜਾ ਫਲੇਵਰ ਹੈ ਉਹ ਵੱਧ ਜਾਂਦਾ ਹੈ, ਇਨ ਪ੍ਰੋਡਕਟਸ ਦੀ ਜਿਹੜੀ ਮਾਤਰਾ ਹੈ ਬਣਾਉਣ ਤੋਂ ਬਾਅਦ ਉਹ ਵੱਧ ਜਾਂਦੀ ਹੈ ਤੇ ਮੁਨਾਫੇ ਲਈ ਇਹ ਦੋਨੋਂ ਹੀ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜੇ ਗਾਂ ਦੇ ਦੁੱਧ ਦੀ ਗੱਲ ਕਰੀਏ, ਗਾਂ ਦੇ ਦੁੱਧੋਂ ਅਸੀਂ ਦਹੀਂ ਬਣਾ ਸਕਦੇ ਹਾਂ ਕਿਉਂਕਿ ਉਹ ਪਚਾਉਣ 'ਚ ਬਹੁਤ ਜ਼ਿਆਦਾ ਆਸਾਨ ਹੁੰਦੀ ਹੈ। ਨਾਲੇ ਗਾਂ ਦੇ ਦੁੱਧ ਦਾ ਜਿਹੜਾ ਘੀ ਹੈ ਉਹ ਮਾਰਕੀਟ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਅਸੀਂ ਦੋਨੋਂ ਹੀ दूध ਨਾਲ ਸੁਗੰਧਿਤ दूध, ਲੱਸੀ ਇਤਿਆਦि ਜਿਹੜੇ ਉਤਪਾਦ ਨੇ ਉਹ ਬਣਾ ਸਕਦੇ ਨੇ। ਬੱਕਰੀ ਦੇ ਦੁੱਧ ਦੀ ਗੱਲ ਕਰੀਏ, ਜਿਵੇਂ ਅੱਜਕੱਲ ਬੱਕਰੀ ਦੇ ਦੁੱਧ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ। ਪੰਜਾਬ ਦੇ ਵਿੱਚ ਵੀ ਜੇ ਦੇਖਾ ਜਾਏ ਤੇ ਬੱਕਰੀ ਪਾਲਕਾਂ ਦਾ ਜਿਹੜਾ ਉਤਸ਼ਾਹ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ, ਸਿਰਫ ਮੀਟ ਲਈ ਨਹੀਂ ਬਲਕਿ ਉਸਦੇ ਦੁੱਧ ਲਈ ਵੀ। ਤੇ ਬੱਕਰੀ ਦੇ ਦੁੱਧ ਨਾਲ ਵੀ ਅਸੀਂ ਕਈ ਤਰੀਕੇ ਦੇ ਪ੍ਰੋਡਕਟ ਜਿਹੜੇ ਬਣਾ ਸਕਦੇ ਨੇ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਪਪੂਲਰ ਪ੍ਰੋਡਕਟ ਹੈ ਬੱਕਰੀ ਤੋਂ ਬਣਨ ਵਾਲਾ ਚੀਜ਼। ਇਹ ਬਹੁਤ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਦੁੱਧ ਦੀ ਆਪਣੀ ਵੀ ਇੱਕ ਖਾਸੀਅਤ ਹੈ, ਪਰ ਇਸ ਦੇ ਨਾਲ ਜੇ ਆਪਾਂ ਉਤਪਾਦ ਬਣਾਉਂਦੇ ਨੇ, ਜਿਵੇਂ ਕਿ ਮੈਂ ਚੀਜ਼ ਦੀ ਗੱਲ ਕਰ ਰਹੀ ਹਾਂ, ਉਸ ਦੀ ਜਿਹੜੀ ਮਹੱਤਤਾ ਹੈ ਜਾਂ ਉਸ ਦੀ ਜਿਹੜੀ ਸਿਹਤਵਰਧਕ ਤੱਤ ਨੇ ਉਹ ਇਸ ਪ੍ਰੋਡਕਟਸ 'ਚ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਇਸ ਦੀ ਡਿਮਾਂਡ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਸਾਡੇ ਸਾਥੀ ਇਹ ਜਾਣਨਾ ਚਾਹਣਗੇ ਕਿ ਦੁੱਧ ਉਤਪਾਦਨ ਤੋਂ ਦੁੱਧ ਦੀ ਪ੍ਰੋਸੈਸਿੰਗ ਵੱਲ ਆਉਣ ਲਈ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਦੁੱਧ ਉਤਪਾਦਨ ਤੋਂ ਵਧੇਰੇ ਮੁਨਾਫਾ ਕਮਾ ਸਕਣ। ਜਦੋਂ ਅਸੀਂ ਵੈਲਿਊ ਐਡੀਸ਼ਨ ਦੀ ਗੱਲ ਕਰਦੇ ਹਾਂ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲੇ ਜੋ ਵੀ ਕਿਸਾਨ ਵੀਰ ਇਸ ਕਿੱਤੇ ਵੱਲ ਆਉਣਾ ਚਾਹੁੰਦੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਇੱਕ ਸੰਗਠਨ ਬਣਾਉਣਾ ਚਾਹੀਦਾ ਹੈ, ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਆਲੇ ਦੁਆਲੇ ਉਹਨਾਂ ਦੀ ਮਾਰਕੀਟ ਜਿਹੜੀ ਹੈ ਉਸ ਦੀ ਥੋੜੀ ਜਿਹੀ ਸਰਵੇ ਕਰਨੀ ਚਾਹੀਦੀ ਹੈ ਕਿ ਕਿਹੜੇ-ਕਿਹੜੇ ਪ੍ਰੋਡਕਟ ਬਹੁਤ ਜ਼ਿਆਦਾ ਵਿਕਦੇ ਨੇ, ਕਿਹੜੇ-ਕਿਹੜੇ ਪ੍ਰੋਡਕਟਸ ਘੱਟ ਵਿਕਦੇ ਨੇ ਤੇ ਜ਼ਿਆਦਾ ਪਸੰਦ ਕੀਤੇ ਜਾ ਸਕਦੇ ਨੇ। ਥੋੜਾ ਜਿਹਾ ਮਾਰਕੀਟ ਸਰਵੇ ਇੱਕ ਕਿਸਾਨ ਵੀਰ ਨੂੰ ਜਾਂ ਇੱਕ ਸੰਗਠਨ ਨੂੰ ਕਰਨ ਦੀ ਲੋੜ ਹੁੰਦੀ ਹੈ। ਦੂਜਾ, ਜਦੋਂ ਅਸੀਂ ਕੋਈ ਵੀ ਉਤਪਾਦ ਬਣਾਉਂਦੇ ਨੇ ਉਸ ਦੀ ਕੁਆਲਿਟੀ, ਉਸਦੇ ਜਿਹੜੇ ਮਾਨਕ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ। ਜਿਵੇਂ ਅਸੀਂ ਦਹੀਂ ਬਣਾ ਰਹੇ ਤੇ ਉਸ ਦੇ ਵਿੱਚ ਆਪਾਂ ਨੂੰ ਕਿੰਨਾ ਫੈਟ ਰੱਖਣਾ ਚਾਹੀਦਾ ਹੈ, ਪਨੀਰ ਬਣਾ ਰਹੇ ਤੇ ਉਸ ਦੇ ਵਿੱਚ ਕਿੰਨਾ ਮੋਇਸਚਰ ਹੋਣਾ ਚਾਹੀਦਾ ਹੈ, ਇਹਨੂੰ ਆਪਾਂ ਕਹਿੰਦੇ ਨੇ FSSAI ਸਟੈਂਡਰਡਸ, ਜੋ ਸਾਡੇ ਦੇਸ਼ ਦੇ ਵਿੱਚ ਹਰ ਉਤਪਾਦ ਲਈ ਫੋਲੋ ਕੀਤੇ ਜਾਂਦੇ ਨੇ। ਤੇ ਇਹਨੂੰ ਸਿੱਖਣ ਲਈ ਬਣਾਉਣ ਲਈ ਆਪਾਂ ਨੂੰ ਸਹੀ ਤਰੀਕੇ ਦੀ ਤਕਨੀਕੀ ਜਿਹੜੀ ਹੈ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹਦੇ ਲਈ ਸਹੀ ਸਿਖਲਾਈ ਜਿਹੜੀ ਹੈ ਉਹ ਇੱਕ ਕਿਸਾਨ ਨੂੰ ਲੈਣੀ ਚਾਹੀਦੀ ਹੈ। ਜੋ ਵੀ ਉਤਪਾਦ ਕਿਸਾਨ ਬਣਾਉਣਾ ਚਾਹੁੰਦੇ ਨੇ ਉਸ ਦੇ ਲਈ ਸਹੀ ਮਸ਼ੀਨਰੀ, ਲੋ ਕਾਸਟ ਮਸ਼ੀਨਰੀ, ਨਾਲੇ ਕੰਮ ਸ਼ੁਰੂ ਕਰਨ ਲਈ ਕਿੰਨੇ ਆਪਾਂ ਨੂੰ ਫੰਡਸ ਦੀ ਲੋੜ ਪੈਂਦੀ ਹੈ, ਨਾਲ ਦੇ ਨਾਲ ਆਪਾਂ ਕਿਵੇਂ ਉਸ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ ਤੇ ਕਿਹੜੀ ਮਾਰਕੀਟਿੰਗ ਸਟ੍ਰੈਟੇਜੀਜ਼ ਜਿਹੜੀਆਂ ਸਾਨੂੰ ਆਉਣੀ ਚਾਹੀਦੀਆਂ, ਇਨ ਸਾਰੀਆਂ ਗੱਲਾਂ ਦਾ ਜਿਹੜਾ ਮੋਟੇ ਤੌਰ ਤੇ ਇੱਕ ਕਿਸਾਨ ਵੀਰ ਜਾਂ ਇੱਕ ਸੰਗਠਨ ਨੂੰ ਪਤਾ ਹੋਣਾ ਚਾਹੀਦਾ ਹੈ। ਤੇ ਜੋ ਵੀ ਕਿਸਾਨ ਵੀਰ ਇਹ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਨੇ ਉਹ ਸਾਡੇ ਨਾਲ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨੋਲੋਜੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਨਾਲ ਜੁੜ ਸਕਦੇ ਨੇ ਤੇ ਸਾਡੇ ਨਾਲ ਸਿਖਲਾਈ ਲੈ ਸਕਦੇ ਨੇ, ਇਨ ਚੀਜ਼ਾਂ ਦੀ ਜਾਣਕਾਰੀ ਲੈ ਸਕਦੇ ਨੇ ਤੇ ਵੈਲਿਊ ਐਡੀਸ਼ਨ ਵੱਲ ਵੱਧ ਸਕਦੇ ਨੇ। ਡਾਕਟਰ ਸਾਹਿਬ, ਤੁਸੀਂ ਅੱਜ ਦੁੱਧ ਉਤਪਾਦਨ ਅਤੇ ਦੁੱਧ ਤੋਂ ਪ੍ਰੋਸੈਸਿੰਗ ਕਰਕੇ ਵੱਖ-ਵੱਖ ਉਤਪਾਦਾਂ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਕਿਸਾਨ ਸਾਥੀਆਂ ਨੂੰ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ। ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ।